हर सोहीरा छाड़ कर करें आन की आस, ये नर दोज की जाएंगी सत पाखै रवदास। मनसा कर सिमरंत तुझै नर, तेना काम करूद मिट्यु जो तिणं। वाचा कर सिमरंत तुझै, तिन दुख दरिद्र मिट्यु जो खिणं। कर्म करत तुई दरस परसा, पारस सारव बालव भट जस गायो। श्री गुरु रामदास जयु जय जग मैं, तहर परम पद पायो। रवदास जमारे उस तत करे, हर कीर्तन निमख एक गाई। पत जाति उत्तम भया, चार वर्णा पई पग आए। पढ़िया गुणिया नाम सब सुनिया, अन पाओ पाऊ ना दरसै। लूहा कंचन हिरण हुई कैसी, जो पार सैना परसै। दीव संसै गांठ न छूटा, काम करूद माया मद मत सर। इन पंचू मिल लूटी राव, हम वड कब कुली नाम पंडत। हम जूगी सन्यासी, ज्ञानी गुणी सूर हम दाती। ये बुद्ध कभै न नासी, कहो रवदास सब नहीं समझस। फूल परी जैसी बौरी, मोह आधार नाम नारायण। जीवन प्राण तन मूरी, कहो रवदास सब नहीं समझस। फूल परी जैसी बौरी, मोह आधार नाम नारायण। जीवन प्राण तन मूरी। परम सन्मानयोग जुगु जुगी अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿੱਜੀ ਗੋਦ ਦੇ ਅੰਦਰ ਸੱਚਖੰਡ ਵਾਸੀ ਸੰਤ ਬਾਬਾ ਟਹਿਲਦਾਸ ਮਹਾਰਾਜ ਤਪੋ ਸਥਾਨਾਂ 'ਤੇ ਉਦਾਸੀ ਡੇਰਾ ਸੰਤ ਬਾਬਾ ਟਹਿਲਦਾਸ ਜੀ ਲੁਧਿਆਣਾ ਵਿਖੇ ਸੰਗਤ ਰੂਪ ਭੋਗ ਕਰਕੇ ਸਤਿਗੁਰਾਂ ਦੀ ਮਹਿਮਾ ਜਸ ਕੀਰਤ ਸਰਵਣ ਕਰ ਰਹੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਦੀ ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਰਣੀ ਸਤਿਕਾਰਯੋਗ ਸਾਧ ਸੰਗਤ ਦੀ ਧੰਨ ਭਾਗੀ ਹੋ। ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾ ਰਹੇ ਹੋ, ਤੇ ਤਜਾਊ ਬਹੁ ਸਤ ਸੰਗ ਤੇ, ਜਿੱਥੇ ਹਰ ਕਾ ਹਰ ਨਾਮ ਬਲੂਗੀ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਵੱਡੀ ਭਾਗ ਭੇਟੈ ਗੁਰਦੇਵਾ। ਕੂਟ ਪਰਾਧ ਮਿਲੈ ਮਿਟੈ ਹਰ ਸੇਵਾ। ਸਤਿਗੁਰੂ ਦੀ ਚਰਨਾਂ ਦੇ ਵਿੱਚ ਜੁੜ ਕਰਕੇ ਸਾਹਿਬ ਦੀ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਸ਼ਬਦ, ਪੜ੍ਹੀਐ ਗੁਣੀਐ ਨਾਮ ਸਭ ਸੁਣੀਐ। ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 973 ਰਾਗ ਰਾਮ ਕਲੀ ਦੇ ਵਿੱਚ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਦਾਸ ਮਹਾਰਾਜ ਬਨਾਰਸ ਦੀ ਧਰਤੀ, ਜੋ ਵਿਦਵਾਨਾਂ ਦਾ ਗੜ੍ਹ, ਤੇ ਸਾਧ ਸੰਗਤ ਜੀ ਗੁਣੀ ਗਿਆਨੀ ਬੇਸ਼ੁਮਾਰ ਪੰਡਤ ਵਿਦਵਾਨ ਉਸ ਧਰਤੀ ਨੇ ਪੈਦਾ ਕੀਤੇ ਨੇ। ਅੱਜ ਸਤਿਗੁਰ ਦੀ ਸੰਗਤ ਦੇ ਅੰਦਰ ਰਾਡੀ ਮਹਾਰਾਡੀ
ਸੰਤ ਸਾਧੂ ਜਨ ਅਤੇ ਵਿਦਵਾਨ ਪੰਡਤ ਸੰਗਤ ਰੂਪ ਹੋ ਕਰਕੇ ਹਾਜ਼ਰੀ ਭਰਦੇ ਨੇ। ਅਤੇ ਸਾਧ ਸੰਗਤ ਜੀ ਅੱਜ ਵਿਦਵਾਨ ਪੰਡਤ ਗੁਣੀ ਗਿਆਨੀ ਸੰਗਤ ਵਿੱਚ ਬਿਰਾਜਮਾਨ ਹਨ। ਸਾਹਿਬ ਦੇ ਚਰਨਾਂ ਵਿੱਚ ਜਗਿਆਸੂ ਬੇਨਤੀ ਕਰਦੇ ਨੇ, ਪਾਤਸ਼ਾਹ ਵਿਦਿਆ ਬੜੀ ਪੜ੍ਹੀ, ਬੜਾ ਗਿਆਨ ਪੜ੍ਹ ਕੇ ਹਾਸਲ ਕੀਤਾ ਹੈ, ਵਿਚਾਰਿਆ ਵੀ ਬਹੁਤ ਹੀ, ਪਰ ਪਰਮ ਪਿਤਾ ਪਰਮੇਸ਼ਰ ਦਾ ਅਨੁਭਵ ਦਰਸ਼ਨ ਦੀਦਾਰ ਨਹੀਂ। ਕਿਰਪਾ ਕਰੋ, ਅੱਜ ਐਸੀ ਰਹਿਮਤ ਕਰੋ ਕਿ ਪਰਮ ਪਿਤਾ ਪਰਮੇਸ਼ਰ ਦੀ ਪਰਮਾਤਮਾ ਦੀ ਦਰਸ਼ਨਾਂ ਦਾ ਅਨੁਭਵ ਕੋਈ ਵਿਧੀ, ਕੋਈ ਢੰਗ ਤਰੀਕਾ ਬਖਸ਼ਿਸ਼ ਕਰੋ, ਮਿਹਰਾਂ ਦਾ ਮੀਂਹ ਬਰਸੋ। ਅਤੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਧੰਨ ਸਤਿਗੁਰੂ ਦਾਸ ਮਹਾਰਾਜ ਪਾਤਸ਼ਾਹ ਜਦੋਂ ਜੀਵ ਦੇ ਅੰਦਰ ਹਉਮੈ ਹੈ, ਮੈਂ ਮੇਰੀ ਹੈ, ਹਉਮੈ ਉੱਚੀ ਕੁੱਲ ਦਾ ਵੀ ਹੋ ਸਕਦਾ ਹੈ, ਹੰਕਾਰ ਆਪਣੀ ਉੱਚੀ ਕੁੱਲ ਦਾ, ਉੱਚੀ ਜਾਤ ਦਾ ਵੀ ਹੋ ਸਕਦਾ ਹੈ। ਹੰਕਾਰ ਵੱਡੀ ਵਿਦਿਆ, ਵੱਡੀ ਅਹੁਦੇ ਦਾ ਹੋ ਸਕਦਾ ਹੈ। ਹਉਮੈ ਦਾ, ਅਹੰਕਾਰ ਦਾ ਜੀਵ ਸ਼ਿਕਾਰ, ਚੱਕਰਵਾਦੀ ਰਾਜਾ ਹੋ ਕੇ ਹੋ ਸਕਦਾ ਹੈ। ਤੇ ਸਤਿਗੁਰੂ ਇਸ ਪਾਵਨ ਸ਼ਬਦ ਦੇ ਅੰਦਰ ਜੀਵ ਦੇ ਅੰਦਰ ਜੋ ਹਉਮੈ ਹੈ, ਹਉਮੈ ਨਾਮੈ ਨਾਲ ਬਰੂਦ ਹੈ, ਦੋਏ ਨਾ ਬਸੈ ਇਕੱਠਾ ਹੈ। ਹਉਮੈ ਅਤੇ ਪਰਮ ਪਿਤਾ ਪਰਮੇਸ਼ਰ ਦੀ ਗੁਣਾਂ ਦਾ, ਨਾਮ ਦਾ ਵਿਰੋਧ ਹੈ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਇੱਕ ਜਗ੍ਹਾ ਦੂਜੀ ਵਸਤ ਰੱਖਣੀ ਹੋਵੇ ਤੇ ਪਹਿਲੀ ਨੂੰ ਬਾਹਰ ਕੱਢਣਾ ਪਵੇ। ਉਸੇ ਨੂੰ ਮੇਰੇ ਗੁਰਦੇਵ ਕਹਿੰਦੇ ਨੇ, ਮਨ ਕੀ ਮਤ ਤਿਆਗੂ ਹਰਿ ਜਨ। ਇਹ ਗੁਰਮੁਖ ਸਤਸੰਗੀ ਜਿਹਨੂੰ ਜੇ ਚਾਹੁੰਦੇ ਹੋ ਹਿਰਦੇ ਅੰਦਰ ਪਰਮ ਪਿਤਾ ਪਰਮੇਸ਼ਰ ਜੋ ਸਦੀਵ ਕਾਲ ਨਿਵਾਸ ਕਰਦਾ ਏ, ਜਿਵੇਂ ਧਰਤੀ ਦੇ ਥੱਲੇ ਪਾਣੀ ਹੈ, ਪਰ ਪ੍ਰਾਪਤ ਕਰਨ ਲਈ ਜਦੋਂ ਅਸੀਂ ਬੋਰ ਕਰਦੇ ਹਾਂ, ਜਦੋਂ ਪਾਣੀ ਪ੍ਰਾਪਤ ਕਰਨ ਵਾਸਤੇ ਨਲਕਾ ਜਾਂ ਟਿਊਬਵੈੱਲ ਚਲਾਇਆ ਜਾਂਦਾ, ਸਭ ਤੋਂ ਪਹਿਲਾਂ ਪਾਣੀ ਪਾਇਆ ਜਾਂਦਾ ਹੈ, 1-2 ਬਾਲਟੀ। ਇਸੇ ਤਰ੍ਹਾਂ ਹਿਰਦੇ ਦੇ ਅੰਦਰ ਪਰਮੇਸ਼ਰ ਹੈ, ਜੋਤੀ ਸਰੂਪ ਹੈ, ਪਰ ਬਾਹੂ ਬਾਣੀ ਦੀ ਰੂਪ ਅੰਦਰ ਪ੍ਰਵੇਸ਼ ਕਰਨਾ ਪਵੇ। ਫਿਰ ਬਾਣੀ ਜਿਹਨੂੰ ਪਾਤਸ਼ਾਹ ਕਹਿੰਦੇ ਨੇ, ਉਨ ਮਨ 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 ਹੀ ਮਿਲੇ, ਬਾਣੀ ਮੁਖ ਤੋਂ ਤੇ ਹਿਰਦੇ ਤੋਂ। ਇਹ ਸਾਹਿਬ ਕਹਿੰਦੇ ਨੇ, ਉਨ ਮਨ 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 ਹੀ ਮਿਲੇ, ਛੁੱਟ ਕੱਤਾ ਵਜਰ ਵਕਾਟ। ਭਰਮਾਂ ਦੀ ਜਿਹੜੀ ਕਾਂਧੀ, ਹਉਮੈ ਦੀ ਕਾਂਧੀ ਇਹ ਟੁੱਟਦੀ ਹੈ। ਵਜਰ ਕਪਾਟ, ਬਜਰੀ ਦੀ ਜਿਹੜੀ ਕਾਂਧੀ ਹਉਮੈ ਦੀ, ਮੈਂ ਮੇਰੀ ਦੀ, ਜਾਤ ਪਾਤ ਦਵੈਤ ਦੀ, ਉਹ ਟੁੱਟ ਜਾਂਦੀ। ਅਤੇ ਸਾਧ ਸੰਗਤ ਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਰਾਜ ਜੀ ਦੇ ਬਚਨ ਹਨ। ਉਹ ਬਚਨ ਕਰਦੇ ਨੇ ਕਿ ਅੰਮ੍ਰਿਤ ਅੰਮ੍ਰਿਤ ਕਹਿ ਪਾਈਏ ਨਾ ਅਮਰ ਪਦ, ਜੋ ਜੇਵਾ ਕੇ ਸੁਰਸ ਅੰਮ੍ਰਿਤ ਨਾ ਚਾਖੀ। ਕੇਵਲ ਅੰਮ੍ਰਿਤ ਕਹਿਣ ਦੇ ਨਾਲ ਅੰਮ੍ਰਿਤ ਦਾ ਰਸ ਨਹੀਂ ਪ੍ਰਾਪਤ ਹੋ ਜਾਂਦਾ, ਜਦੋਂ ਤੱਕ ਸ਼ਬਦ ਨੂੰ ਹਿਰਦੇ ਦੇ ਅੰਦਰ ਅੜਕਿਆ ਨਹੀਂ ਜਾਂਦਾ, ਸ਼ਬਦ ਦੀ ਜੁਗਤੀ ਨਹੀਂ। ਇਸੇ ਤਰ੍ਹਾਂ ਬੰਦੀ ਜਨ ਕੀ ਅਸੀਸ ਨਾ ਹੋਏ, ਭੂਪਤ ਕੋਈ ਸਿੰਘਾਸਣ ਬੈਠੀ ਜੋ ਚੱਕਰ ਵੈ ਨਾ ਭਾਕੀ। ਭੱਟਾਂ ਦੇ ਕਹਿਣ ਨਾਲ ਜਾਂ ਮਰਾਸੀਆਂ ਦੇ ਕਹਿਣ ਦੇ ਨਾਲ ਕੋਈ ਰਾਜਾ ਨਹੀਂ ਬਣ ਜਾਂਦਾ, ਜਦੋਂ ਤੱਕ ਰਾਜਗੱਦੀ ਸਿੰਘਾਸਣ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਇਸੇ ਤਰ੍ਹਾਂ ਭਾਈ ਸਾਹਿਬ ਬਚਨ ਕਰਦੇ ਨੇ, ਤੈਸੇ ਲਿਖੇ ਸੁਣੇ ਕਹਿ ਪਾਈਏ ਨਾ ਗੁਰਮਤ। ਇਸੇ ਤਰ੍ਹਾਂ ਬਹੁਤੀ ਲਿਖਾਈ ਕਰ ਲੈਣਾ, ਲੇਖ ਲਿਖ ਲੈਣੇ, ਬਹੁਤਾ ਵਿਖਿਆਨ ਕਰ ਲੈਣਾ, ਅਤੇ ਬਹੁਤੀ ਵਾਰ ਆਪਾਂ ਦੇਖਦੇ ਹਾਂ ਕਿ ਬਹੁਤ ਸਮਾਂ ਲੰਘ ਜਾਂਦਾ ਹੈ ਸਤਸੰਗ ਸੁਣਦਿਆਂ ਦਾ। ਪਾਤਸ਼ਾਹ ਕਹਿੰਦੇ ਨੇ, ਲਿਖੇ ਸੁਣੇ ਕਹਿ ਪਾਈਏ ਨਾ ਗੁਰਮਤ। ਗੁਰੂ ਦੀ ਮੱਤ ਨਹੀਂ ਪ੍ਰਵੇਸ਼ ਕਰਦੀ। ਜੋ ਕਰ ਜੀਵਾ ਕੇ ਸੁਰਸ, ਗੁਰ ਸ਼ਬਦ ਨਾ ਲਾਖੀ। ਜਦੋਂ ਤੱਕ ਗੁਰੂ ਦੇ ਕਹੀ ਹੋਈ ਗੱਲ ਨੂੰ, ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕਰਕੇ ਉਹਨਾਂ ਦੇ ਬਚਨਾਂ ਨੂੰ ਕਮਾ ਨਾ ਲਈ, ਉਦੋਂ ਤੱਕ ਪਰਮੇਸ਼ਰ ਦੀ ਅੰਮ੍ਰਿਤ ਰਸ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਤਰ੍ਹਾਂ ਸਾਹਿਬ ਆਖਦੇ ਨੇ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੀ।
ਇਹ ਪਰਮ ਪਿਤਾ ਪਰਮੇਸ਼ਰ ਜਿਨ੍ਹਾਂ ਨੂੰ ਤੈਂ ਆਪਣੇ ਨਾਮ ਦੀ ਵਡਿਆਈ ਬਖਸ਼ਿਸ਼ ਕੀਤੀ, ਨਾਮ ਦੀ ਦਾਤ ਦਿੱਤੀ, ਰਹਿਮਤ ਨਦਰੇ ਬਖਸ਼ਿਸ਼ ਕੀਤੀ, ਤੇ ਰੱਤੇ ਮਨ ਮਾਹੀ ਉਹ ਤੇ ਮਨ ਕਰਕੇ ਤੇਰੇ ਚਰਨਾਂ ਵਿੱਚ ਰੰਗੇ ਗਏ ਨੇ। ਨਾਨਕ ਅੰਮ੍ਰਿਤ ਏਕ ਹੈ, ਉਹਨਾਂ ਨੂੰ ਤਾਂ ਆਪਣੇ ਸ਼ਬਦ ਰੂਪੀ ਗਿਆਨ ਰੂਪੀ ਅੰਮ੍ਰਿਤ ਬਖਸ਼ ਦਿੱਤਾ ਹੈ। ਦੂਜਾ ਅੰਮ੍ਰਿਤ ਨਾ ਹੈ, ਫਿਰ ਉਹਨਾਂ ਨੂੰ ਦਵੈਤ ਵਿੱਚ ਭਾਵ ਹਰ ਜੀਵ ਦੇ ਅੰਦਰ ਪਰਮੇਸ਼ਰ ਤੇਰਾ ਹੀ ਰੂਪ ਦਿਸਦਾ ਹੈ। ਇਸ ਲਈ ਸਾਧ ਸੰਗੀ ਸਾਹਿਬ ਆਖਦੇ ਨੇ, ਆਨੰਦ ਆਨੰਦ ਸਭ ਕੂਕ ਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲੇ ਵਿੱਚ ਕਟੈ, ਗਿਆਨ ਅੰਦਰ ਸਾਰਿਆ, ਅੰਦਰੋਂ ਜਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚੇ। ਜਿਨ੍ਹਾਂ ਅੰਦਰੋਂ ਵਿਕਾਰਾਂ ਤੋਂ, ਹਉਮੈ ਮੇਰੀ ਮੇਰੀ ਤੋਂ ਮੋਹ ਟੁੱਟ ਗਿਆ ਹੈ, ਤਿਨਕਾ ਸ਼ਬਦ ਸੱਚੇ, ਉਹਨਾਂ ਦੀ ਫਿਰ ਬੋਲੀ ਮਿੱਠੀ ਹੋ ਜਾਂਦੀ ਹੈ। ਉਹਨਾਂ ਦੇ ਹਰ ਵਚਨ ਅੰਦਰ ਗੁਰੂ ਦੀ ਬਚਨ ਗੁਰਮਤਿ ਬਖਸ਼ੀ। ਉਹਨੂੰ ਪਾਤਸ਼ਾਹ ਕਹਿੰਦੇ ਨੇ, ਮਨ ਕੀ ਮਤ ਤਿਆਗੂ ਹਰ ਜਨ। ਇਹ ਗੁਰੂ ਪਿਆਰਿਓ, ਪਹਿਲਾਂ ਮਨ ਦੀ ਮਤ ਛੱਡ ਦਿਓ, ਪਰ ਪਾਤਸ਼ਾਹ ਕਹਿੰਦੇ ਨੇ, ਇਹਾ ਬਾਤ ਕਠਿਨੀ ਗੱਲ ਬੜੀ ਔਖੀ, ਛੱਡੀ ਨਹੀਂ ਜਾਂਦੀ। ਤੇ ਸਾਧ ਸੰਗਤ ਦੀ ਇਤਿਹਾਸ ਗਵਾਹ ਹੈ, ਇਸ ਮਨ ਦੀ ਮਤ ਨੇ ਸਾਧ ਸੰਗਤ ਦੀ ਧੰਨ ਗੁਰੂ ਦਾਸ ਜੀ ਬਚਨ ਕਰਦੇ ਨੇ, ਪੜੀਐ ਗੁਣੀਐ ਨਾਮ ਸਭ ਸੁਣੀਐ, ਅਨਪਉ ਭਾਉ ਨੰਦ ਅਰਸੈ, ਲੂਹਾ ਕੰਚਨ ਹਿਰਣ ਹੋਈ ਕੈਸੀ, ਜੋ ਪਰਸੈ ਨਾ ਪਰਸੈ, ਜੀਵ ਸੰਸੈ ਗਾਂਠ ਨ ਛੂਟੈ, ਕਾਮ ਕਰੂਦ ਮਾਇਆ ਮਦ ਮਾਸਰ, ਇਨ ਪੰਚੂ ਮਿਲ ਲੂਟੀ ਰਹਾਉ। ਸਾਹਿਬ ਸਤਿਗੁਰੂ ਦਾਸ ਮਹਾਰਾਜ ਬਚਨ ਕਰਦੇ ਨੇ, ਪੜੀਐ ਗੁਣੀਐ ਨਾਮ ਸਭ ਸੁਣੀਏ। ਵਿਦਵਾਨ ਪੰਡਤ ਗੁਣੀ ਜੀਵਾਂ ਨੇ ਅੱਜ ਬੇਨਤੀ ਕੀਤੀ, ਪਾਤਸ਼ਾਹ ਵਿਦਿਆ ਵੀ ਪੜ੍ਹੀ ਬੜੀ ਹੈ, ਗ੍ਰੰਥ ਵੀ ਬੜੇ ਪੜ੍ਹੇ ਨੇ, ਸੁਣੇ ਵੀ ਬੜੇ ਨੇ, ਵਿਚਾਰਿਆ ਵੀ ਬਹੁਤ, ਪਰ ਅਨੁਭਵ ਪਰਮ ਪਿਤਾ ਪਰਮੇਸ਼ਰ ਦਾ ਦਰਸ਼ਨ ਦੀਦਾਰ, ਰਹਿਮਤ ਨਦਰੀ, ਰਹਿਮਤ ਕਿਰਪਾ ਦੀ ਦ੍ਰਿਸ਼ਟੀ ਪ੍ਰਾਪਤ ਨੇ। ਇਹ ਸਭ ਤੋਂ ਬਚਨ ਕਰਦੇ ਨੇ, ਪੜ੍ਹੀ ਹੈ ਕਹਿੰਦੇ ਪਰਮੇਸ਼ਰ ਦੀ ਰਹਿਮਤ ਦੁਆਰਾ, ਤਬ ਲਗ ਵਿਦਿਆ ਕਉ ਪੜੂ, ਜਬ ਲਗ ਘਟ ਮੈਂ ਪ੍ਰਾਣ, ਤਹਾਂ ਤਨੀ ਪਹੁੰਚੀ ਨਹੀਂ ਜਹਾਂ ਪਹੁੰਚੀ ਵਿਦਵਾਨ। ਉੱਥੀ ਪਾਤਸ਼ਾਹ ਬਚਨ ਕਰਦੇ ਨੇ, ਪੜ੍ਹੀਐ ਗੁਣੀਐ ਨਾਮ ਸਭ ਸੁਣੀਏ। ਪੜ੍ਹਿਆ ਵੀ ਹੈ, ਸੁਣਿਆ ਵੀ ਹੈ, ਵਿਚਾਰਿਆ ਵੀ ਹੈ, ਪਰ ਦਾਤਾਰ ਨਹੀਂ ਹੋਇਆ। ਪਾਤਸ਼ਾਹ ਕਹਿੰਦੇ ਨੇ, ਅਨਭਉ ਭਾਉ ਨਾ ਦਰਸੇ, ਕਹਿੰਦੇ ਦਰਸ਼ਨ ਹੋ ਵੀ ਨਹੀਂ ਸਕਦੇ, ਕਿਉਂਕਿ ਹਿਰਦੇ ਤੋਂ ਪ੍ਰੇਮ ਨਹੀਂ, ਅੰਦਰ ਪ੍ਰੇਮ ਨਹੀਂ। ਕਿਉਂ ਨਹੀਂ ਹੈ ਪ੍ਰੇਮ? ਕਿਉਂਕਿ ਪਾਤਸ਼ਾਹ ਅੱਗੇ ਬਚਨ ਕਰਦੇ ਨੇ, ਲੂਹਾ ਕੰਚਨ ਹਿਰਣ ਹੋਈ ਕੈਸੀ, ਜੋ ਪਰਸੈ ਨਾ ਪਰਸੀ। ਲੂਹਾ 19 ਦੇਰ ਤੱਕ ਸੋਨਾ ਨਹੀਂ ਬਣਦਾ ਜਦੋਂ ਤੱਕ ਪਾਰਸ ਦੀ ਛੋਹ ਨਹੀਂ ਪ੍ਰਾਪਤ ਕਰ ਜਾਂਦਾ। ਭਾਵੇਂ ਸਦੀਆਂ ਘੰਟਿਆਂ ਵਧੀ, ਸਦੀਆਂ ਵਧੀ, ਕੋਲ ਪਿਆਰਾ ਹੈ, ਜਦੋਂ ਤੱਕ ਉਹਦੀ ਛੋਹ ਨਹੀਂ ਪ੍ਰਾਪਤ ਕਰਦਾ ਪਾਰਸ ਦੀ ਲੋਹਾ, ਉਦੋਂ ਤੱਕ ਸੋਨਾ ਨਹੀਂ ਬਣਦਾ। ਧੰਨ ਗੁਰੂ ਸਤਿਗੁਰੂ ਦਾਸ ਮਹਾਰਾਜ ਬਚਨ ਨੇ, ਪਾਰਸ ਮਾਨੋ ਤਾਂਬੋ ਛੂਈ। ਜਦੋਂ ਪਾਰਸ ਦੇ ਨਾਲ ਤਾਂਬਾ ਛੂਹ ਜਾਂਦਾ ਹੈ, ਕਨਕ ਹੋਤ ਨਹੀਂ ਵਾਰ, ਸੋਨਾ ਬਣਦਿਆਂ ਦੇਰ ਨਹੀਂ ਲੱਗਦੀ। 8 ਧਾਤਾਂ ਨੂੰ ਪਾਰਸ ਛੂਹ ਜਾਏ, ਲੋਹਾ, ਪਿੱਤਲ, ਚਾਂਦੀ, ਸਿਲਵਰ, ਅਲਮੀਨੀਅਮ, 8 ਧਾਤਾਂ ਦੇ ਨਾਲ ਜਦੋਂ ਪਾਰਸ ਛੂੰਹਦਾ ਤੇ ਉਹਨੂੰ ਫਿਰ ਸੋਨਾ ਵਰਦਿਆਂ ਦੇਰ ਨਹੀਂ ਲੱਗਦੀ। ਪਾਤਸ਼ਾਹ ਕਹਿੰਦੇ ਨੇ, ਪਾਰਸ ਮਾਨੋ ਤਾਂਬੂ ਛੂਏ, ਕਨਕ ਹੋਤ ਨਹੀਂ ਵਾਰ, ਸੋਨਾ ਬਣਦਿਆਂ ਇੱਕ ਪਲ ਵੀ ਨਹੀਂ ਲੱਗਦਾ। ਭਾਵੇਂ ਸਦੀਆਂ ਪਿਆਰ ਵੀ, ਪਰ ਦੂਰ ਹੋਵੇ ਤੇ ਕੁਝ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਸਾਨੂੰ ਸਮਝਾਉਂਦੇ ਨੇ ਕਿ ਲੋਹਾ ਕੰਚਨ ਹਿਰਨ ਹੋਈ ਕੈਸੇ, ਜੋ ਪਾਰਸ ਨਾ ਪਰਸੇ। ਜਦੋਂ ਤੱਕ ਪਾਰਸ ਲੋਹੇ ਦੀ ਛੋਹ ਨਹੀਂ ਪ੍ਰਾਪਤ ਕਰਦਾ, ਉਦੋਂ ਤੱਕ ਸੋਨਾ ਨਹੀਂ ਬਣਦਾ। ਇਸੇ ਤਰ੍ਹਾਂ ਸਾਹਿਬ ਅੱਗੇ ਬਚਨ ਕਰਦੇ ਨੇ, ਲੋਹਾ ਕੰਚਨ ਹਿਰਨ ਹੋਈ ਕੈਸੇ, ਜੋ ਪਾਰਸ ਨਾ ਪਰਸੈ, ਦੇਵ ਸੰਸੈ ਗਾਂਠ ਨਾ ਛੂ। ਇਹ ਦੇਵਤਿਆਂ ਦੇ ਦੇਵਤਾ ਪਰਮ ਪਿਤਾ ਪਰਮੇਸ਼ਰ, ਇਹ ਜੀਵ ਜਿਹੜਾ ਹੈ, ਇਹਦੇ ਅੰਦਰ ਤੇ ਅਨੇਕਾਂ ਸ਼ੰਕਿਆਂ ਦੀਆਂ ਗੰਢਾਂ ਨੇ, ਪੀੜ੍ਹੀਆਂ ਗੰਢਾਂ ਪਾਈ ਬੈਠਾ ਹੈ ਕਿ ਮੇਰੇ ਨਾਲ ਦਾ ਕੋਈ ਅਮੀਰ ਨਹੀਂ, ਮੇਰੇ ਨਾਲ ਦਾ ਕੋਈ ਧਨਾੜ ਨਹੀਂ, ਮੇਰੇ ਨਾਲ ਦਾ ਕੋਈ ਗੁਣੀ ਨਹੀਂ, ਮੇਰੇ ਨਾਲ ਦਾ ਕੋਈ ਗਿਆਨੀ ਨਹੀਂ, ਮੇਰੇ ਵਰਗਾ ਕੋਈ ਕਵੀ ਨਹੀਂ, ਮੇਰੇ ਵਰਗੀ ਕਿਸੇ ਨੂੰ ਉੱਚੀ ਕੁੱਲ ਨੇ ਪ੍ਰਾਪਤ ਕੀਤੀ। ਇਹਦੇ ਅੰਦਰ ਅਨੇਕਾਂ ਹਉਮੈ ਦੇ ਸ਼ੰਕੇ ਗੰਢਾਂ ਵੱਢੀਆਂ ਪਈਆਂ ਨੇ। ਦੇਵ ਸੰਸਾ ਗਾਂਠ ਨਾ ਛੁੱਟੇ, ਸ਼ੰਕਿਆਂ ਦੀ ਗੰਢ ਟੁੱਟਦੀ ਨਹੀਂ। ਮੈਂ ਮੇਰੀ ਦੀ ਦਵੈਤ ਦੀ ਊਚ ਨਿਜ ਦੀ ਭਾਵਨਾ ਐਸੀ ਇਹਦੇ ਅੰਦਰ ਬਣ ਚੁੱਕੀ ਹੈ, ਟੁੱਟਦੀ ਨਹੀਂ। ਕਾਮ ਕ੍ਰੋਧ ਮਾਇਆ ਮਦ ਮਤਸਰ, ਕਾਰਨ ਕੀ ਹੈ ਕਿ ਮਾਇਆ ਜਿਹੜੀ ਹੈ,
ਜਿਹਦਾ ਵੀ ਜਨਮਦਾਤੀ ਪਰਮਪਿਤਾ ਪਰਮੇਸ਼ਰ ਹਨ। ਇਹ ਮਾਇਆ ਜਿਹੜੀ, ਇਸੇ ਨੂੰ ਸਤਿਗੁਰੂ ਕਬੀਰ ਜੀ ਬਚਨ ਕਰਦੇ ਨੇ, ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਈ, ਮਾਣ ਮੁਨੀ ਮੁਨ ਵਰ ਗਲੀ, ਮਾਣ ਸਭੇ ਕੋ ਖਾਈ। ਮਾਇਆ ਛੱਡ ਦਿੱਤੀ ਜਾ ਸਕਦੀ ਹੈ, ਪਰ ਦੁਨੀਆ ਦੇ ਉੱਤੇ ਜਦੋਂ ਕੋਈ ਦੁਨੀਆ ਮਾਣ ਦੇ ਜਾਏ ਤੇ ਪਾਤਸ਼ਾਹ ਕਹਿੰਦੇ ਨੇ, ਐਸਾ ਕੂ ਜਨਮਿਓ ਜਗਨ ਮਾਹੀ, ਐਸਾ ਕੋ ਜਨਮਿਓ ਜਗ ਮਾਹੀ, ਮਾਣ ਪਾਈ ਮਦ ਪਾਵਤ ਨਾ। ਐਸਾ ਕੋਈ ਧਰਤੀ 'ਤੇ ਜੰਮਿਆ ਨਹੀਂ ਦੁਨੀਆ ਮਾਣ ਦੇਵੇ ਤੇ ਮਾਣ ਨਾ ਕਰੇ। ਇਹ ਸਾਧ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ, ਕਾਮ ਕ੍ਰੋਧ ਮਾਇਆ ਮਦ ਮਾਸਰ, ਇਹ ਮਾਇਆ ਦੇ 5 ਦੂਤ ਜਿਹੜੇ ਆ, ਕਾਮ ਕ੍ਰੋਧ ਮੋਹ ਲੋਭ ਅਹੰਕਾਰ, ਇਹ ਵੱਡੇ ਵੱਡੇ ਸੰਨਿਆਸੀਆਂ ਦੀ, ਗੁਣੀ ਗਿਆਨੀਆਂ ਦੀ, ਵਿਦਵਾਨਾਂ ਦੀ ਮੱਤ ਮਾਰ ਦਿੰਦੇ ਆ, ਹਉਮੈ ਲਿਆ ਖੜੀ ਕਰ ਦਿੰਦੇ ਨੇ। ਉਸ ਨੂੰ ਪਾਤਸ਼ਾਹ ਕਹਿੰਦੇ ਨੇ, ਕਿਵ ਕੂੜਾ ਟੁੱਟੈ ਪਾਲ, ਹਉਮੈ ਦੀ ਕੰਧ ਬਣ ਜਾਂਦੀ ਹੈ। ਉਹ ਜਦੋਂ ਤੱਕ ਟੁੱਟਦੀ ਨਹੀਂ, ਉਦੋਂ ਤੱਕ ਪਰਮਪਿਤਾ ਪਰਮੇਸ਼ਰ ਦੀ ਦੀਦਾਰ ਨਹੀਂ ਹੋ ਸਕਦਾ। ਤੇ ਅੱਜ ਸਹਿਬ ਬਚਨ ਕਰਦੇ ਨੇ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨਭਉ ਭਾਉ ਨਾ ਦਰਸੈ। ਕਹਿੰਦੇ ਦਰਸ਼ਨ ਹੋ ਨਹੀਂ ਸਕਦਾ ਜਦੋਂ ਤੱਕ ਅੰਦਰਲੀ ਹਉਮੈ ਦੀ ਕੰਧ ਢੰਡਦੀ ਨਹੀਂ। ਇਹ ਕਦੋਂ ਢੱਟਦੀ ਹੈ? ਪਾਤਸ਼ਾਹ ਕਹਿੰਦੇ ਨੇ, ਗੁਰ ਪ੍ਰਸਾਦੀ ਵਿਦਿਆ ਵਿਚਾਰੈ। ਜਦੋਂ ਗੁਰੂ ਉਪਦੇਸ਼, ਗੁਰੂ ਦੀ ਰਹਿਮਤ ਸਦਕਾ, ਗੁਰੂ ਦਾ ਮਿਹਰ ਭਰਿਆ ਹੱਥ ਪ੍ਰਾਪਤ ਹੋ ਜਾਏ, ਫਿਰ ਵਿਦਿਆ ਵਿਚਾਰੇ, ਫਿਰ ਪੜ੍ਹ ਪੜ੍ਹ ਪਾਵੈ ਮਾਣ, ਫਿਰ ਸਤਿਕਾਰ ਮਿਲਦਾ ਹੈ, ਫਿਰ ਸਫਲਤਾ ਮਿਲਦੀ ਹੈ। ਆਪਾ ਮੱਧਾ ਹੀ ਆਪ ਪ੍ਰਗਾਸਿਆ, ਅੰਦਰ ਤੇ ਆਪ ਵਸਦਾ ਹੀ, ਪਰ ਪ੍ਰਕਾਸ਼ ਜਿਵੇਂ ਮੋਮਬੱਤੀ ਦੇ ਅੰਦਰ ਲਾਈਟ ਹੈ, ਪਰ ਜਦੋਂ ਤੱਕ ਤੀਲੀ ਨਾਲ ਜਲਾਉਂਦੇ ਨਹੀਂ ਉਦੋਂ ਤੱਕ ਪ੍ਰਚੰਡ ਨਹੀਂ ਹੁੰਦੀ। ਬਲਬ ਦੇ ਅੰਦਰ ਰੋਸ਼ਨੀ ਹੈ, ਬਿਜਲੀ ਹੈ, ਜਦੋਂ ਤੱਕ ਸੁੱਚ ਔਨ ਨਹੀਂ ਹੁੰਦਾ ਉਦੋਂ ਤੱਕ ਰੋਸ਼ਨੀ ਨਹੀਂ ਪ੍ਰਾਪਤ ਹੁੰਦੀ। ਇਸੇ ਤਰ੍ਹਾਂ ਗੁਰ ਪ੍ਰਸਾਦੀ, ਜਦੋਂ ਤੱਕ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣ ਜਾਂਦੀ। ਇਸ ਨੂੰ ਪਾਤਸ਼ਾਹ ਕਹਿੰਦੇ ਨੇ, ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰਜਨ ਸਗਲੀ ਮੋਹੀ। ਉਹ ਪਰਮਪਿਤਾ ਪਰਮੇਸ਼ਰ ਅਕਾਲ ਪੁਰਖ ਪਰਮਪਿਤਾ ਪ੍ਰਭੂ ਨਿਰਗੁਣ ਸਰੂਪ ਦੇ ਅੰਦਰ ਸੂਖਮ ਵੀ ਪਰਮੇਸ਼ਰ ਆਪ ਹੈ, ਤੇ ਸਰਗੁਣ ਇਹ ਸੰਸਾਰ ਦੇ ਰੂਪ ਅੰਦਰ ਪਰਮੇਸ਼ਰ ਆਪ ਹੈ। ਤੇ ਪਾਚਕ ਨੇ ਦੋਹੀਂ ਪਾਸੇ ਆਪ ਵਰਤਦਾ ਹੈ। ਉਸੇ ਨੂੰ ਪਾਚਕ ਨੇ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰੀ ਸੰਸਾਰ ਦੀ ਖੇਡ ਖੇਡ ਕੇ ਪਰਮੇਸ਼ਰ ਆਪ ਦੇਖ ਰਿਹਾ ਹੈ। ਜਿਹਨੂੰ ਪਾਚਕ ਨੇ ਬੈਠਾ ਵੇਖੇ ਵੱਖ ਅਕੇਲਾ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰਜਨ ਸਗਲੇ ਮੋਹੇ। ਇਹ ਸੰਸਾਰ ਦੀ ਨੂੰ ਇਹ ਮਾਇਆ ਨੇ ਹੀ ਮੋਹਿਆ ਹੋਇਆ ਹੈ। ਤੇ ਸਾਧ ਸੰਗਤ ਜੀ, ਅੱਜ ਸਾਹਿਬ ਬਚਨ ਕਰਦੇ ਨੇ, ਕਾਮ ਕ੍ਰੋਧ ਮਾਇਆ ਮਦ ਮਾਸਰ, ਇਨ ਪੰਚੂ ਮਿਲ ਲੁੱਟੇ। ਇਹ ਵਿਕਾਰਾਂ ਨੇ ਇਹ ਜੀਵ ਨੂੰ, ਪ੍ਰਾਣੀ ਨੂੰ, ਜਿਹੜਾ ਥੋੜ੍ਹਾ ਬਹੁਤਾ ਗਿਆਨ ਹੁੰਦਾ ਹੈ ਉਹ ਇਹਨੂੰ ਲੁੱਟ ਲੈਂਦਾ ਹੈ। ਉਸੇ ਨੂੰ ਸਾਹਿਬ ਸਤਿਗੁਰੂ ਕਬੀਰ ਜੀ ਆਖਦੇ ਨੇ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੀ ਪਛਤਾਉਂਗੀ ਜਦ ਪ੍ਰਾਣ ਜਾਏਗੀ ਛੂਟ। ਲੁੱਟਣਾ ਹੈ ਤੇ ਪਰਮਪਿਤਾ ਪਰਮੇਸ਼ਰ ਦੀ ਰਹਿਮਤ ਦਾ ਰਸ, ਮਿਹਰ ਭਰਿਆ ਆਸ਼ੀਰਵਾਦ ਪ੍ਰਾਪਤ ਕਰੀਏ। ਕਿ ਸਾਹਿਬ ਅੱਗੇ ਬਚਨ ਕਰਦੇ ਨੇ, ਹਮ ਵੱਡ ਕਬ ਕੁਲੀਨ ਹਮ ਪੰਡਤ। ਇੰਨੀ ਹਉਮੈ ਆ ਜਾਂਦੀ ਏ, ਹਮ ਵੱਡ ਕਬ, ਮੈਂ ਵੱਡਾ ਕਵੀ ਹਾਂ, ਕੁਲੀਨ ਮੈਂ ਵੱਡੀ ਉੱਚੀ ਕੁਲ ਦੇ ਵਿੱਚ ਜਨਮ ਲਿਆ ਏ। ਇਹ ਹਉਮੈ ਦੀ ਕੰਧ। ਹਮ ਵੱਡ ਕਬ ਕੁਲੀਨ ਹਮ ਪੰਡਤ, ਮੈਂ ਬੜਾ ਵਿਦਵਾਨ ਪੜ੍ਹਿਆ ਲਿਖਿਆ। ਹਮ ਵੱਡ ਕਬ ਕੁਲੀਨ ਹਮ ਪੰਡਤ, ਹਮ ਜੋਗੀ, ਮੈਂ ਤੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੋਇਆ ਹਾਂ। ਹਉਮੈ ਸੰਨਿਆਸੀ, ਮੈਂ ਵੱਡਾ ਸੰਨਿਆਸੀ ਹਾਂ। ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ, ਮੈਂ ਬਹੁਤ ਵੱਡਾ ਗਿਆਨੀ ਹਾਂ। ਮੈਂ ਗੁਣਾ ਕਰਕੇ ਭਰਪੂਰ ਹਾਂ। ਹਉਮੈ ਦੀ ਕੰਧ। ਗਿਆਨੀ ਗੁਣੀ ਸੂਰ ਹਮ ਦਾਤੇ, ਮੈਂ ਤੇ ਬਹੁਤ ਵੱਡਾ ਸੂਰਮਾ, ਮੇਰੇ ਨਾਲ ਦਾ ਕੋਈ ਸੂਰਮਾ ਹੀ ਨਹੀਂ ਹੈ। ਹਮ ਵੱਡ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਮੈਂ ਬਹੁਤ ਵੱਡਾ ਸੂਰਮਾ। ਹਮ ਦਾਤੇ, ਮੇਰੇ ਵਰਗਾ ਕੋਈ ਦਾਨੀ ਨਹੀਂ। ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਾ ਨਾਸੀ। ਪਾਤਸ਼ਾਹ ਕਹਿੰਦੇ ਨੇ, ਹਉਮੈ ਵਾਲੀ ਜਿਹੜੀ ਬਿਰਤੀ ਆ ਇਹ ਨਾਸ ਨਹੀਂ ਹੁੰਦੀ ਜਦੋਂ ਤੱਕ ਸਤਿਗੁਰੂ ਦੀ ਮਿਹਰ ਦੀ ਪਾਤਰ ਨਹੀਂ ਬਣ ਜਾਂਦੀ, ਜਦੋਂ ਤੱਕ ਬ੍ਰਹਮ ਗੁਰੂ ਦੇ ਰਹਿਮਤ ਦੀ ਬਖਸ਼ਿਸ਼ ਨਹੀਂ ਹੋ ਜਾਂਦੀ। ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨਾ ਨਾਸੇ। ਕਹੋ ਰਵਿਦਾਸ ਸਭੇ ਨਹੀਂ ਸਮਝਸ ਭੂਲ ਪਰੇ, ਜੈਸੇ ਬੌਰੇ। ਸਤਿਗੁਰੂ ਦਾਸ ਮਹਾਰਾਜ ਕਹਿੰਦੇ ਸੱਚ ਕਹਿ ਰਹੇ ਆ, ਕਹਿਣਾ ਪੈਣਾ ਏ। ਕਹਿੰਦੇ ਸਾਰੀ ਦੁਨੀਆ ਨਹੀਂ ਸਮਝ ਸਕਦੀ। ਕਿਉਂ ਨਹੀਂ ਸਮਝਦੀ? ਕਿਉਂਕਿ ਇਹ ਝੱਲੇ ਹੋਏ ਫਿਰਦੇ ਨੇ ਆਪਣੇ ਹਉਮੈ ਨੇ। ਮੈਂ ਵੱਡੀ ਉੱਚੀ ਕੁਲ ਦਾ ਹਾਂ, ਮੈਂ ਵੱਡਾ ਕਵੀ ਹਾਂ, ਮੈਂ ਵੱਡਾ ਗਿਆਨੀ ਹਾਂ, ਮੈਂ ਵੱਡਾ ਵਿਦਵਾਨ ਹਾਂ।
ਇਹਨੂੰ ਇਹਦੀ ਹਉਮੈ ਨੇ ਹੀ ਮਾਰ ਲਿਆ, ਕਮਲਾ ਕਰ ਦਿੱਤਾ, ਇਹ ਝੱਲਾ ਕਰ ਦਿੱਤਾ। ਬਿਨ ਨਾਵੇਂ ਜਗ ਕਮਲਾ ਫਿਰੇ। ਇੱਥੇ ਬਾਦਸ਼ਾਹ ਬਚਨ ਕਰਨੇ, ਕਹੋ ਰਵਿਦਾਸ ਸਭੇ ਨਹੀਂ ਸਮਝਸ, ਕਹਿੰਦੇ ਸਾਰੇ ਨਹੀਂ ਸਮਝ ਸਕਦੇ। ਭੂਲ ਭਰੇ ਜੈਸੀ ਬੌਰੇ, ਇਵੇਂ ਜਿਵੇਂ ਝੱਲਿਆਂ ਨੂੰ ਝੱਲ ਪਿਆ ਹੁੰਦਾ ਹੈ ਨਾ, ਇਹ ਸਾਰੇ ਨਹੀਂ ਠੀਕ ਹੁੰਦੇ, ਥੋੜ੍ਹੇ ਤਾਂ ਠੀਕ ਹੋ ਜਾਂਦੇ। ਕਹੋ ਰਵਿਦਾਸ ਸਭੇ ਨਹੀਂ ਸਮਝਸ, ਭੂਲ ਭਰੇ ਜੈਸੇ ਬੌਰੇ। ਪਰ ਪਾਤਸ਼ਾਹ ਕੀ ਬਚਨ, ਮੋਹ ਆਧਾਰ ਨਾਮ ਨਾਰਾਇਣ ਹੀ ਪਰ ਪਿਤਾ ਪਰਮੇਸ਼ਰ, ਮੈਨੂੰ ਤੇਰਾ ਹੀ ਆਸਰਾ ਹੈ। ਉਹ ਆਧਾਰ ਨਾਮ, ਮੈਨੂੰ ਤਾਂ ਤੇਰੇ ਨਾਮ ਦਾ ਹੀ ਆਸਰਾ ਹੈ। ਜੀਵਨ ਪ੍ਰਾਣ ਧਨ ਮੂਰੇ, ਮੇਰੇ ਜੀਵਨ ਦੀ ਪੂੰਜੀ ਜੋ ਮੈਂ ਪ੍ਰਾਪਤ ਕੀਤਾ ਹੈ, ਉਹ ਸਵਾਸ ਸਵਾਸ ਤੇਰੇ ਨਾਮ ਸਿਮਰਨ ਸਦਕਾ ਤੇਰੀ ਪ੍ਰਾਪਤੀ ਤੈਨੂੰ ਪ੍ਰਾਪਤ ਕੀਤਾ ਹੈ। ਇਹੋ ਹੀ ਮੇਰੀ ਸਵਾਸਾਂ ਦਾ ਅਸਲੀ ਧਨ ਹੈ। ਇਹ ਸਾਧ ਸੰਗਤ ਹੁਣ ਤਾਂ ਧਿਆਨ ਮਾਰਦੇ ਹਾਂ ਦੁਨੀਆ ਦੇ ਅੰਦਰ। ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਨੇ, ਤਬ ਲਗ ਪੜ੍ਹੀਆ ਗੁਣੀਆਂ ਨਾਮ ਸਭ ਸੁਣੀਆਂ। ਪੜ੍ਹਨਾ ਚਾਹੀਦਾ ਹੈ, ਵਿਚਾਰਨਾ ਚਾਹੀਦਾ ਹੈ, ਅਤੇ ਸਾਧ ਸੰਗੀ ਸਮਝਣਾ ਵੀ ਚਾਹੀਦਾ ਹੈ। ਅਤੇ ਸਾਰੇ ਪੜ੍ਹਿਆ ਬੁੱਝਿਆ ਭੇਦ ਨਾ ਪਾਵਣਾ। ਜਦੋਂ ਤੱਕ ਭੇਦ ਨਹੀਂ ਸਮਝੇ ਉਦੋਂ ਤੱਕ ਬਾਦਸ਼ਾਹ ਕਹਿੰਦੇ ਨੇ ਜੀਵਨ ਦਾ ਆਨੰਦ ਨਹੀਂ, ਜੀਵਨ ਦੀ ਮਰਜ਼ਾਦਾ ਨਹੀਂ, ਜੀਵਨ ਦਾ ਤਰੀਕਾ ਨਹੀਂ। ਅਤੇ ਅੱਜ ਸਾਧ ਸੰਗਤ ਜੀ ਜਿਨ੍ਹਾਂ ਨੇ ਸਤਿਗੁਰ ਦੇ ਚਰਨਾਂ ਵਿੱਚੋਂ ਗੁਰ ਸਤਿਗੁਰ ਕੀ ਜਿਸਨੋਂ ਮਤ ਆਵੇ, ਸੋ ਸਤਿਗੁਰ ਮਾਹੇ ਸਮਾਏ। ਐਸੇ ਜੀਵ ਇਸ ਧਰਤੀ ਦੇ ਪੈਦਾ ਕੀਤੇ ਨੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਪਾਤਰ ਬਣ ਕੇ ਆਪਣੇ ਜੀਵਨ ਨੂੰ ਰੁਸ਼ਨਾਇਆ ਹੈ। ਅਤੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਕਬੀਰ ਜੀ, ਸਤਿਗੁਰੂ ਰਵਿਦਾਸ ਮਹਾਰਾਜ ਵੱਡਾ ਸਮਾਂ ਆਪਸੀ ਸਾਂਝ ਰਹੀ। ਇਕੱਠਿਆਂ ਰੱਬੀ ਰਹਿਮਤ ਸੰਗਤਾਂ ਦੇ ਵਿੱਚ ਵੰਡੀ। ਅਤੇ ਸਾਧ ਸੰਗਤ ਜੀ ਡਾਕਟਰ ਭੀਮ ਰਾਓ ਅੰਬੇਡਕਰ ਜੀ ਜਿਹੜੇ ਆਪ ਵਚਨ ਕਰ ਲਿਖਦੇ ਨੇ ਕਿ ਸਾਡੇ ਪਰਿਵਾਰ ਦੇ ਅੰਦਰ ਸਤਿਗੁਰੂ ਕਬੀਰ ਜੀ, ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਸੀ। ਅਤੇ ਸਾਧ ਸੰਗਤ ਜੀ ਸਤਿਗੁਰੂ ਕਬੀਰ ਜੀ ਦੇ ਬਚਨ ਹਨ, ਅੰਧਿਆਰੇ ਦੀਪ ਕੱਚਈਏ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਵਿਦਿਆ ਰੂਪੀ ਦੀਪਕ ਚਾਹੀਦਾ ਹੈ, ਗਿਆਨ ਦਾ ਦੀਪਕ ਚਾਹੀਦਾ। ਅਤੇ ਸਾਧ ਸੰਗਤ ਉਸੇ ਨੂੰ ਸਤਿਗੁਰੂ ਦਾਸ ਮਹਾਰਾਜ ਬਚਨ ਕਰਦੇ ਨੇ, ਨਾਮ ਤੇਰੀ ਕੀ ਜੋਤ ਲਗਾਈ, ਭਇਓ ਉਜਿਆਰੂ ਭਵਨ ਸਗਲਾਰੇ। ਜਦੋਂ ਇਹ ਬਚਨ ਸਾਧ ਸੰਗਤ ਜੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸੁਣੇ ਨੇ, ਅਤੇ ਸਾਧ ਸੰਗਤ ਜੀ ਅੱਜ ਭਾਵੇਂ ਸਮੇਂ ਦੇ ਹਉਮੈ ਦੇ ਰੱਤਿਆਂ ਦੇ ਅੰਦਰ ਮਨੁੱਖਤਾ ਦੇ ਅਤਿਆਚਾਰ ਸਹਿ ਕਰਕੇ ਕਲਾਸ ਤੋਂ ਬਾਹਰ ਬਹਿ ਕੇ ਵਿੱਦਿਆ ਪੜ੍ਹੀ, ਅੱਜ ਦੁਨੀਆ ਦੇ ਅੰਦਰ ਸਿੰਬਲ ਆਫ ਨੌਲੇਜ ਕਿਸੇ ਹੋਰ ਨੂੰ ਨਹੀਂ ਪ੍ਰਾਪਤ ਹੋ ਸਕੇ। ਅਤੇ ਜਿਨ੍ਹਾਂ ਨੇ ਗੁਰੂ ਕੀ ਮਹਿਮਾ, ਗੁਰੂ ਕਾ ਆਸ਼ੀਰਵਾਦ ਹਿਰਦੇ ਵਿੱਚ ਵਸਾ ਲਿਆ ਹੈ, ਜੀ ਗੁਰ ਕੀ ਇੱਕ ਸਿੱਖ ਸੁਣੀ, ਮੱਤ ਵਿੱਚ ਰਤਨ ਜਵਾਹਰ ਮਣ। ਉਸ ਮੱਤ ਦੇ ਅੰਦਰ ਅੱਜ ਦੁਨੀਆ ਕਹਿੰਦੀ ਏ ਕਿ ਭਾਰਤ ਵਰਗਾ ਸੰਵਿਧਾਨ ਹੋਰ ਕਿਤੇ ਵੀ ਨਹੀਂ ਮਿਲ ਸਕਦਾ। ਅਤੇ ਸਾਧ ਸੰਗਤ ਜੀ ਅੱਜ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ। ਅਤੇ ਸਾਧ ਸੰਗਤ ਜੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਏ, ਜਦੋਂ ਬੀਤੇ ਦਿਨੀ ਸਾਧ ਸੰਗਤ ਜੀ ਹਰ ਮੰਦਰ ਹਰ ਵਸੇ, ਸ੍ਰੀ ਗੁਰੂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ 'ਤੇ ਸਾਧ ਸੰਗਤ ਜੀ ਪਦਮ ਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਨੇ ਆਪਣੀ ਮਾਤਾ ਦਾ ਆਸ਼ੀਰਵਾਦ ਸਾਧ ਸੰਗਤ ਜੀ ਪ੍ਰਾਪਤ ਕਰਕੇ ਭਾਵੇਂ ਸਕੂਲੀ ਵਿੱਦਿਆ 5 ਪੜ੍ਹੇ ਸਨ, ਪਰ ਸੰਗੀਤ ਦੀ ਵਿੱਦਿਆ ਸਾਧ ਸੰਗਤ ਜੀ ਵਿਦਵਾਨ ਪੁਰਸ਼ਾਂ ਦਾ ਆਸ਼ੀਰਵਾਦ ਲੈ ਕਰਕੇ ਇਤਨੀ ਵਿੱਦਿਆ ਹਾਸਲ ਕੀਤੀ ਕਿ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਧ ਸੰਗਤ ਜੀ ਸਾਰੀ ਬਾਣੀ ਰਾਗਾਂ ਦੇ ਅੰਦਰ ਉਹਨਾਂ ਨੇ ਬੜੀ ਉੱਚੇ ਅਤੇ ਸੁੱਚੇ ਢੰਗ ਦੇ ਨਾਲ ਹਜ਼ੂਰੀ ਰਾਗੀ ਦੀ ਪਦਵੀ ਪ੍ਰਾਪਤ ਕਰਕੇ ਅਤੇ ਪਦਮ ਸ਼੍ਰੀ ਦਾ ਅਵਾਰਡ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪ੍ਰਾਪਤ ਹੋਇਆ। ਅਤੇ ਹਉਮੈ ਦੇ ਰੱਤਿਆਂ ਨੇ ਸਾਧ ਸੰਗਤ ਜੀ ਉਹਨਾਂ ਦੀ ਜਦੋਂ ਚਿੱਠੀ ਇੱਕ ਲਿਖੀ ਮਿਲਦੀ ਅਤੇ ਸਾਧ ਸੰਗਤ ਜਿੱਥੇ ਚਾਰ ਦਰਵਾਡੀ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਜਿੱਥੇ ਧੰਨ ਧੰਨ ਬਾਬਾ ਬੁੱਢਾ ਜੀ ਵਰਗੀ ਸਾਧ ਸੰਗਤ ਜੀ ਵਜ਼ੀਰ, ਜਿਨ੍ਹਾਂ ਨੂੰ 6 ਗੁਰੂ ਸਾਹਿਬਾਨ ਤੱਕ ਗੁਰਗੱਦੀ ਦੇ ਤਿਲਕ ਦੀ ਸੇਵਾ ਨਿਭਾਉਣ ਦਾ ਸੁਭਾਅ ਪ੍ਰਾਪਤ ਹੋਇਆ, ਜਿਨ੍ਹਾਂ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਸਰਨ ਪਰੇ ਉਠਾ ਕਰ ਬਾਜੀਰਾ, ਇਹਨਾਂ ਦੇਖ ਮੇਰਾ ਮਨ ਧੀਰਾ। ਅਤੇ ਸਾਧ ਸੰਗਤ ਜੀ ਉਸ ਚਿੱਠੀ ਦੇ ਵਿੱਚ ਲਿਖਦੇ ਨੇ, ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਪਦਮ ਸ਼੍ਰੀ ਸੰਗੀਤ ਦੇ ਧਨੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਕਹਿੰਦੇ ਮੈਂ ਵਿਦੇਸ਼ਾਂ ਤੋਂ ਆਇਆ ਅਤੇ ਪਰਿਵਾਰ ਦੇ ਨਾਲ ਮੈਂ ਪ੍ਰਕਰਮਾਂ ਦੇ ਵਿੱਚ ਜਾ ਰਿਹਾ ਸਾਂ,
ਤੇ ਹੈੱਡ ਗ੍ਰੰਥੀ ਸਾਹਮਣੇ ਆਏ ਤੇ ਮੈਂ ਉਹਨਾਂ ਨੂੰ ਫਤਿਹ ਬੁਲਾਉਣੀ ਮੁਨਾਸਬ ਸਮਝੀ। ਤੇ ਜਦੋਂ ਪਰਿਵਾਰ ਦੇ ਨਾਲ ਮੈਂ ਉਹਨਾਂ ਨੂੰ ਫਤਿਹ ਬੁਲਾਈ ਤੇ ਉਹਨਾਂ ਨੇ ਮੋਹਰਿਓਂ ਜਵਾਬ ਦਿੱਤਾ, ਚੂੜ ਚੜਾਮਾ ਆ ਗਿਆ। ਇਹ ਸ੍ਰੀ ਦਰਬਾਰ ਸਾਹਿਬ ਤੇ ਹੈੱਡ ਗ੍ਰੰਥੀ ਦਾ ਅਹੁਦਾ ਤੇ ਉਸੇ ਨੂੰ ਪਾਤਸ਼ਾਹ ਕਹਿੰਦੇ ਨੇ ਅੱਜ ਹਉਮੈ ਦਾ ਨਾਸ਼ ਨਹੀਂ ਹੋਇਆ। ਹਮ ਵੱਢ ਕਬ ਕੁਲੀਨ ਹਮ ਪੰਡਤ, ਉਸੇ ਨੂੰ ਪਾਤਸ਼ਾਹ ਕਹਿੰਦੇ ਨੇ ਦੀਵੇ ਥੱਲੇ ਅੰਧੇਰਾ, ਹਾਥ ਦੀਪ ਕੂਏ ਭਰੇ ਕਾਹੇ ਕੀ ਕੁਸਲਾਤ। ਹੱਥ ਤੇ ਦੀਵਾ ਏ, ਪੈਰ ਟੋਏ ਵਿੱਚ ਡਿੱਗਦਾ ਏ, ਕਿ ਤੱਕਣਾ ਪਵੇਗਾ, ਵਿਚਾਰਨਾ ਪਵੇਗਾ। ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਦਾ ਆਗਮਨ 1469 ਈਸਵੀ ਨੂੰ ਹੁੰਦਾ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਧੰਨ ਸੇਖ ਫਰੀਦ ਜੀ ਜਿਨ੍ਹਾਂ ਦੀ ਬਾਣੀ ਦਰਜ, ਉਹਨਾਂ ਦਾ ਆਗਮਨ 1173 ਨੂੰ ਹੁੰਦਾ ਹੈ। ਛੱਡ ਲਈਏ 1173 ਨੂੰ, ਸ਼ੁਰੂ ਕਰ ਲਈਏ 1469 ਤੋਂ। ਅਨੰਤ ਕਲਾਂ ਹੋਈ ਠਾਕਰ ਚੜਿਆ ਸੋਧਣ ਧਰਤ ਲੁਕਾਈ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂਆ। ਕਲਯੁਗ ਬਾਬੇ ਤਾਰਿਆ ਸਤਿਨਾਮ ਪੜ ਮੰਤਰ ਸੁਣਾਇਆ। ਸਾਹਿਬ ਗੁਰੂ ਨਾਨਕ ਪਾਤਸ਼ਾਹ 1469 ਈਸਵੀ ਨੂੰ ਇਸ ਧਰਤੀ 'ਤੇ ਆਉਂਦੇ ਨੇ ਤੇ 1 ਤੋਂ 10ਵੇਂ ਜਾਮੇ ਤੱਕ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਧ ਸੰਗਤ ਦੀ 1708 ਨੂੰ ਸਾਧ ਸੰਗਤ ਦੀ ਜੋਤੀ ਜੋਤ ਸਮਾ ਜਾਂਦੇ ਨੇ। 239 ਸਾਲ ਤੇ ਅੱਜ ਕਰੀਬ ਸਾਧ ਸੰਗਤ ਦੀ 300 ਸਾਲ ਬੀਤਣ ਤੇ 1920 ਤੋਂ ਸ੍ਰੀ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਹੈ। 100 ਸਾਲ ਬੀਤਣ ਤੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹਰ ਮੰਦਰ ਹਰ ਜੀ ਵਸੇ ਤੇ ਸਾਧ ਸੰਗਤ ਦੀ ਇੱਕ ਪਦਮ ਸ਼੍ਰੀ ਤੇ ਸਾਸਵੀਂ ਹਜ਼ੂਰੀ ਰਾਗੀ ਤੇ ਸਾਧ ਸੰਗਤ ਦੀ ਜਿਹਨੂੰ ਸਾਹਮਣੇ ਪ੍ਰਕਰਮਾਂ ਵਿੱਚ ਕਹਿ ਦੇਣਾ ਚੂੜ ਚੜਾਮ ਤੇ ਹਉਮੈ ਕਿਤੇ ਬਾਹਰੋਂ ਨਹੀਂ ਲੱਭਣੀ ਤੇ ਸਾਧ ਸੰਗਤ ਦੀ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕੱਠਾਏ। ਤੇ ਅੱਜ ਦਾਨੇ ਪੁਰਸ਼ਾਂ ਤੋਂ ਅਕਸਰ ਦੇਖਦੇ ਹਾਂ ਡਾਕਟਰ ਭੀਮ ਰਾਓ ਅੰਬੇਡਕਰ ਜੀ 6 ਕਰੋੜ ਅਛੂਤਾਂ ਨੂੰ ਲੈ ਕੇ ਆਏ ਸੀ। ਉਦਣ ਵੀ ਹਉਮੈ ਦੇ ਦੁਰਕਾਰੇ ਜਿਹਨੂੰ ਕਹਿੰਦੇ ਆ ਵਡਭਾਗੀ ਸਾਧ ਸੰਗ ਪ੍ਰਾਪਤ, ਸੰਗਤ ਵਿੱਚੋਂ ਦੁਰਕਾਰ ਦਿੱਤੇ ਤੇ ਅੱਜ ਜਦੋਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਦੀ ਪਦਮ ਸ਼੍ਰੀ ਦੇ ਬਚਨ ਸੁਣਦੇ ਹਾਂ ਉਹ ਸਾਧ ਸੰਗਤ ਦੀ ਪੁਕਾਰ ਕੇ ਕਹਿੰਦੇ ਰਹੇ, ਅੱਜ ਹੁਣ ਸਮਝ ਕਿਛ ਵਿਗੜਿਓ ਨਾਹੀ ਭਜਲੇ ਨਾਮ ਨੂੰ। ਅਜੇ ਵੀ ਸਮਝ ਲਈਏ ਕੁਝ ਵਿਗੜਿਆ ਨਹੀਂ। ਅੱਜ ਵੀ ਆਪਾਂ ਪੂਰੀ ਖਲਕਤ ਨੂੰ, ਵਿਸ਼ਵ ਨੂੰ, ਜਿਸ ਨੂੰ ਅੱਜ UN ਨੇ ਸਾਧ ਸੰਗਤ ਦੀ ਐਲਾਨ ਕਰ ਦਿੱਤਾ ਏ, ਸਵੀਕਾਰ ਕਰ ਲਿਆ ਏ ਕਿ ਜਦੋਂ ਕਿਤੇ ਵਿਸ਼ਵ ਦੀ ਸਰਕਾਰ ਬਣ ਜਾਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਵਿਧਾਨ ਹੋਵੇਗਾ ਤੇ ਸ਼ਬਦ ਬੇਗਮਪੁਰੇ ਦੇ ਆਧਾਰ 'ਤੇ ਸਰਕਾਰ ਨਿਆਂ ਸੰਵਿਧਾਨ ਬਣਾਏ। ਤੇ ਅੱਜ ਦਾ ਸੰਵਿਧਾਨ ਜਿਹੜਾ ਭਾਰਤ ਦਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਲਿਖਿਆ ਗਿਆ ਹੈ ਉਹ ਸ਼੍ਰੀ ਗੁਰਦਾਸ ਮਹਾਰਾਜ ਸ਼ਬਦ ਬੇਗਮਪੁਰੇ ਦੇ ਆਧਾਰ 'ਤੇ ਹੀ ਸਾਹਿਬ ਨੇ ਉਹਨਾਂ ਕੋਲੋਂ ਸੇਵਾ ਲਈ ਤੇ ਸਾਧ ਸੰਗਤ ਦੀ ਤੇ ਅੱਜ ਸਾਧ ਸੰਗਤ ਦੀ ਦੁੱਖ ਨਾ ਕਹਿਣਾ ਪੈ ਰਿਹਾ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੇ ਥਾਂਏ। ਸਾਧ ਸੰਗਤ ਦੀ ਇਹ ਹਉਮੈ ਜਿਹੜੀ ਇਹ ਵੱਡੇ ਵੱਡਿਆਂ ਨੂੰ ਲੈ ਬੈਠੀ ਹੈ, ਇਹ ਹਉਮੈ ਕਰਕੇ ਹੀ ਇਸ ਸੰਸਾਰ 'ਤੇ ਜਗਤ ਅੰਧ ਅੰਧੇਰਾ ਅਗਿਆਨਤਾ ਵਸ ਸਾਧ ਸੰਗਤ ਦੀ ਅੱਜ ਸੰਸਾਰ ਰੁਲ ਰਿਹਾ ਹੈ। ਕਿ ਕਰੋਨਾ ਦੀ ਜਿਹੜੀ ਮਹਾਂਮਾਰੀ ਫੈਲੀ ਤੇ ਸਾਧ ਸੰਗਤ ਦੀ ਅੱਜ ਵੀ ਕਈ ਜਗ੍ਹਾ ਤੱਕਦੇ ਹਨ ਅਤਿਆਚਾਰ ਹੋ ਰਿਹਾ ਹੈ ਤੇ ਸਾਧ ਸੰਗਤ ਦੀ ਸਤਿਗੁਰੂ ਕਿਰਪਾ ਕਰਨ ਸਾਨੂੰ ਗੁਰੂਆਂ ਦੀ ਪੀਰਾਂ ਦੀ ਸੱਚਾ ਤੇ ਸੁੱਚਾ ਉਪਦੇਸ਼ ਸਮਝ ਆ ਜਾਏ। ਤੇ ਅਕਸਰ ਅਸੀਂ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਪੱਖ ਹਿੱਸਾ ਪਛਤਾਏ ਦਾ ਤੇ ਸਾਧ ਸੰਗਤ ਜੀ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜੜੇ ਹੋ ਪਿਓ ਦਾਦੀ ਚਲੇ ਗਏ ਨੇ ਆਪਾਂ ਚਲੇ ਜਾਣਾ ਏ ਤੇ ਸਾਧ ਸੰਗਤ ਦੀ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਲਾਗਣਾ ਲਾਗਣ ਨੀਕਾ ਗੁਰ ਚਰਣੀ ਮਨ ਲਾਗਣਾ। ਜਾਗਣਾ ਚੰਗਾ ਹੁੰਦਾ ਏ ਪਰ ਸਤਿਗੁਰ ਦੀ ਆਸ਼ੀਰਵਾਦ ਪ੍ਰਾਪਤ ਕਰਨ ਲਈ ਸਤਿਗੁਰ ਦੀ ਰਹਿਮਤ ਪ੍ਰਾਪਤ ਕਰਨ ਲਈ ਜਾਗਣਾ ਚੰਗਾ ਹੈ। ਤੇ ਸਾਧ ਸੰਗਤ ਜੀ ਜੇ ਗੁਰੂ ਚਰਨਾਂ ਵਿੱਚ ਆ ਕੇ ਵੀ ਅਗਿਆਨਤਾ ਦੀ ਨੀਤ ਸੁਣਦੇ ਹੀ ਰਹਿਣਾ ਏ ਅਗਿਆਨੇ ਲਾਈ ਸਵਾਲਿਆ ਗੁਰ ਗਿਆਨੇ ਲਾਈ ਜਗਾਵੋਗੂ ਤੇ ਉੱਥੇ ਜਿੱਥੇ 24 ਘੰਟੇ ਗੁਰੂ ਕੇ ਕੀਰਤਨ ਦੀਆਂ ਧੁਨਾਂ ਮਹਿਮਾ ਗੁਰੂ ਕਾ ਜਸ ਸਾਧ ਸੰਗਤ ਦੀ ਅੰਮ੍ਰਿਤ ਵਰਖਾ ਹੁੰਦੀ ਏ ਜੇ ਉੱਥੇ ਹੀ ਸਾਧ ਸੰਗਤ ਦੀ ਅੱਡ ਇਹ ਹਾਲਾਤ ਨੇ ਕਿ ਰੱਬ ਕਿੱਥੋਂ ਤੱਕਾਂਗੇ, ਸੱਚ ਕਿੱਥੋਂ ਲੱਭਾਂਗੇ। ਤੇ ਫਿਰ ਤੇ ਸਾਧ ਸੰਗਤ ਦੀ
अंदर ही साध संगत जी शरीर के अंदर ही अनेकों रोग ने, हौमे का रोग भी अंदर ही है, अंदरों ही प्रगट हो जाता है कि साध संगत जी हौमे ही साध संगत जी बुरी बीमारी है जिहड़ी जीव का नाश कर दी। इसनूं पातशाह कहते हैं साध संगत जी अज्ञानता बस कि जीव हौमे नहीं त्यागता है कि साध संगत जी इसलिए साहब का बचन करते हैं मन की मत त्यागो हर जन इहा बात कठानी अन दिन हर हर नाम ध्यावो गुर सतगुर की मत लैनी। गुरु की मत लै लीए आप गवाए सेवा करी तां किछ पाए मान प्रथम मन प्रबोध है अपना पाछै अवर रिझावै मैं आधार तेरा तू कसम मेरा मैं ताण तकिया तेरो। आप उस परम पिता परमेश्वर का वो आसरा लै करके साध संगत जी जिथे अज महामारी कोरोना तो बचने लिए अरदास करते हैं उत्थे अरदास करते हैं अकाल परम पिता परमेश्वर के चरणों अंदर परमेश्वर कृपा कर। जिथे सतगुरु दास जी वचन करते हैं पर हर कोप करो जी दया, ये परम पिता परमेश्वर कृपा कर इस संसार के अंदरों जीव के अंदरों हौमे का नाश हो जाए, पर हर कोप हौमे रूपी करोध जिहड़ा है वो मर जाए तो दया का प्रवेश कर दिओ। उस दया विचों ही धर्म पैदा हो धौल धर्म दया कर दो। अरदास करते हैं परमेश्वर दया कर संसारी जीवां ते हर जीव के अंदर वो दया आ जाए तो साध संगत जी अपनी ते मनुखता की भलाई लई जो दिसै सो तेरा रूप सभी सांझी बाल सदान को किसे ना दसां बाहरा जीव तो वो परमेश्वर परम पिता परमेश्वर हर जगह दिसना ही तो गुरु चरणों में तो दिस ही पवे। अरदास करते हैं साध संगत जी दुनिया भलों देखे मैं दुखिया दर्द वध दर आया बहुत प्यास जवाब न पाया कह रविदास शरण प्रभ तेरी जो जानो त्यों कर गत होगी। परमेश्वर जिमें तू चाहता है उमें ही इस संसार नूं ज्ञान का दीप जगा के अज्ञानता के नेरे दूर करो। दुनिया भलों देखे मैं जय गुरुदेव धन गुरुदेव वाहिगुरू जी का खालसा वाहिगुरू।